ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਜੱਸੀ ਜਸਰਾਜ। ਅੱਜ ਤੁਹਾਡੇ ਨਾਲ ਗੱਲ ਕਰਾਂਗੇ ਜੀ ਕਿਸਾਨ ਮੁੱਦੇ ਦੀ। ਤੇ ਅਸਲ 'ਚ ਕਿਸਾਨਾਂ ਦੇ ਚਿੰਤਤ, ਚਾਹੇ ਕਲਾਕਾਰ ਹੋਣ ਤੇ ਚਾਹੇ ਪੋਲੀਟੀਸ਼ੀਅਨ ਹੋਣ, ਚਾਹੇ ਐਮਪੀ ਹੋਣ ਤੇ ਚਾਹੇ ਕੋਈ ਹੋਰ, ਅਸਲ ਚਿੰਤਤ ਕੌਣ ਹੈ ਤੇ ਉਹਦੀ ਜੜ ਕੀ ਹੈ। ਆਪਾਂ ਕਦੀ ਭੁਲੇਖੇ ਜਿਹੇ 'ਚ ਨਹੀਂ, ਨਾ ਮੈਂ ਆਪ ਜ਼ਿੰਦਗੀ ਕੱਟਦਾ ਤੇ ਨਾ ਮੈਂ ਚਾਹੁੰਦਾ ਮੇਰੇ ਨੇੜੇ ਤੇੜੇ ਕੋਈ ਰਹੇ। ਤੇ ਜੋ ਮੇਰੇ ਦਿਲ 'ਚ ਹੁੰਦਾ ਮੈਂ ਉਹ ਕਹਿਣਾ ਜ਼ਰੂਰ ਚਾਹੁੰਦਾ। ਉਹ ਜ਼ੁਲਮ ਦੀ ਪਹਿਲੀ ਲਾਠੀ ਲੋਕੋ, ਜ਼ੁਲਮ ਦੀ ਪਹਿਲੀ ਲਾਠੀ ਲੋਕੋ ਮੈਂਬਰ ਪਾਰਲੀਮੈਂਟ ਦੇ ਪੈਣੀ ਚਾਹੀਦੀ। ਸਰਕਾਰੀ ਜ਼ੁਲਮ ਦੀ ਪਹਿਲੀ ਲਾਠੀ ਲੋਕੋ ਮੈਂਬਰ ਪਾਰਲੀਮੈਂਟ ਦੇ ਪੈਣੀ ਚਾਹੀਦੀ। ਉਹ ਫੋਕੀ ਕੁਰਬਾਨੀ ਦੀਆਂ ਦੁਹਾਈਆਂ ਵੋਟਾਂ ਵੇਲੇ ਦੇਣ ਵਾਲੇ ਲੀਡਰੋ, ਚੇਤੇ ਰੱਖਿਓ, ਹੁਣ ਕਿਸਾਨ ਦੀ ਇੱਕ ਵੀ ਪੱਗ ਨਹੀਂ ਢਹਿਣੀ ਚਾਹੀਦੀ। ਕਿਸਾਨ ਦੀ ਪੱਗ ਨਹੀਂ ਢਹਿਣੀ ਚਾਹੀਦੀ। ਉਂਝ ਬੱਬੂ ਚਲ ਜੇ, ਮੂਸਾ ਚਲ ਜੇ, ਬਿਨ ਏਕੇ ਕੁਝ ਨਹੀਂ ਹੋਣਾ ਏ। ਬੱਬੂ ਚਲ ਜੇ, ਮੂਸਾ ਚਲ ਜੇ, ਬਿਨ ਏਕੇ ਕੁਝ ਨਹੀਂ ਹੋਣਾ ਏ। ਜਦੋਂ ਵੋਟਾਂ ਵੇਲੇ ਕਈਆਂ ਦੀਆਂ ਬੋਤਲ ਪਿੱਛੇ ਵਿਕਣ ਜ਼ਮੀਰਾਂ, ਜੜ ਫਸਾਦ ਦੀ ਆਹੀ ਹੈ ਤੇ ਸਦੀਆਂ ਤੋਂ ਆਹੀ ਰੰਡੀ ਰੋਣਾ ਏ। ਕੌੜੀ ਪਰ ਸੱਚੀ ਗੱਲ ਕਹਿ ਰਹੇ ਹਾਂ। ਹੱਕ ਸੱਚ ਲਈ ਲੜਨਾ ਪੈਣਾ, ਖੁਦ ਲਈ ਖੁਦ ਨੂੰ ਖੜਨਾ ਪੈਣਾ। ਹੱਕ ਸੱਚ ਲਈ ਲੜਨਾ ਪੈਣਾ, ਖੁਦ ਲਈ ਖੁਦ ਨੂੰ ਖੜਨਾ ਪੈਣਾ। ਪੇਂਡੂ ਸ਼ਹਿਰੀ ਇਕੱਠੇ ਹੋ ਜੋ, ਪੇਂਡੂ ਸ਼ਹਿਰੀ ਇਕੱਠੇ ਹੋ ਜੋ, ਤਾਂ ਜਾ ਕੇ ਇਹ ਜ਼ਾਲਮ ਸਰਕਾਰ ਦਾ ਹੰਕਾਰ ਹੈ ਢਹਿਣਾ। ਇਹ ਮੋਦੀ ਸਰਕਾਰ ਦਾ ਹੰਕਾਰ ਹੈ ਢਹਿਣਾ। ਪੇਂਡੂ ਸ਼ਹਿਰੀ ਇਕੱਠੇ ਹੋ ਜੋ। ਧਰਨੇ ਦੇਣੇ, ਰਾਹ ਰੋਕਣੇ, ਧਰਨੇ ਦੇਣੇ, ਰਾਹ ਰੋਕਣੇ। ਧਰਨਿਆਂ ਦੀ ਜੜ ਤਾਂ ਲੱਭਣੀ ਪੈਣੀ ਹੈ। ਰੂਟ ਕਾਜ਼ ਤੱਕ ਤਾਂ ਜਾਓਗੇ ਵੀ ਇਦਾਂ ਹੋ ਕਿਉਂ ਰਿਹਾ। ਸਦੀਆਂ ਤੋਂ ਧਰਨੇ ਦੇ ਰਹੇ ਹਾਂ ਆਪਾਂ, ਤੇ ਬਾਈ ਜੀ ਧਰਨੇ ਤਾਂ ਦੇਈ ਜਾ ਰਹੇ ਹਾਂ, ਸਾਡੀ ਕੋਈ ਸੁਣਤਾ ਰਿਹਾ ਨਹੀਂ। ਅਸੀਂ ਤਾਂ ਗਰੀਬ ਤੋਂ ਗਰੀਬੀ ਰੇਖਾ ਤੋਂ ਵੀ ਥੱਲੇ ਜਾਈ ਜਾ ਰਹੇ ਹਾਂ। ਧਰਨੇ ਦੇਣੇ, ਰਾਹ ਰੋਕਣੇ, ਧਰਨਿਆਂ ਦੀ ਜੜ ਤਾਂ ਲੱਭਣੀ ਪੈਣੀ ਹੈ। ਉਹ ਗਿੱਟੇ ਲੱਗੇ ਜਾਂ ਗੋਡੇ, ਜੱਸੀ ਨੇ ਆਖਰ ਨੂੰ ਗੱਲ ਸੱਚ ਕਹਿਣੀ ਹੈ ਤੇ ਸੱਚੋ ਸੱਚ ਹੀ ਕਹਿਣੀ ਹੈ। ਸੋ ਸਾਥੀਓ, ਜੋ ਹਾਲਾਤ ਅੱਜ ਨਵਾਂ ਅੱਤਵਾਦ ਪੈਦਾ ਕਰਨ ਦੇ, ਧਿਆਨ ਨਾਲ ਸੁਣੀ ਜਾਇਓ, ਇਹ ਸਾਡੀ ਸਰਕਾਰ, ਇਹ ਜ਼ਾਲਮ ਸਰਕਾਰ, ਇਹ ਮੈਜੋਰਿਟੀ 'ਚ ਆਈ ਹੋਈ ਸਰਕਾਰ ਨੇ ਜਿਹੜੇ ਇਹ ਹਾਲਾਤ ਬਣਾ ਦਿੱਤੇ ਨੇ ਪੰਜਾਬ ਦੇ ਉੱਤੇ। ਹੁਣ ਥੋਪਿਆ ਜਾ ਰਿਹਾ ਹੈ ਜ਼ੁਲਮ। ਚੀਕ ਕੱਢਣ ਨੂੰ ਫਿਰਦੇ ਨੇ ਪੰਜਾਬੀਆਂ ਦੀ ਦੁਬਾਰਾ। ਪੰਜਾਬੀਆਂ ਨੂੰ ਦੁਬਾਰਾ ਉਹ ਅੰਧਕਾਰ ਦੇ ਵਿੱਚ, ਡਾਰਕਨੈਸ ਵਿੱਚ, ਉਹ ਮਾੜੇ ਟਾਈਮ 'ਚ ਧੱਕਣਾ ਚਾਹੁੰਦੀਆਂ ਨੇ ਸਰਕਾਰਾਂ। ਸ਼ੁਰੂਆਤ ਕੀਤੀ ਜੰਮੂ ਕਸ਼ਮੀਰ ਤੋਂ, ਜਦੋਂ ਪੰਜਾਬੀ ਨੂੰ ਇਹਨਾਂ ਨੇ ਹਟਾਇਆ ਤੇ ਹੁਣ ਉਹਦਾ ਬਿੱਲ ਵੀ ਪਾਸ ਕਰਤਾ ਵੀ ਬਾਈ ਜੰਮੂ ਵਾਲੇ ਪੰਜਾਬੀ ਨਹੀਂ ਰਹਿ ਗਏ। ਹੁਣ ਉਹਦਾ ਹੁਣ ਉਹਨਾਂ ਦੇ ਵਿੱਚੋਂ ਖੂਨ 'ਚੋਂ ਪੰਜਾਬੀ ਕੱਢ ਲਓਗੇ ਤੁਸੀਂ, ਠੀਕ ਹੈ। ਹਿਮਾਚਲ ਦੇ ਵਿੱਚ ਪੰਜਾਬੀ ਬੋਲਦੇ ਨੇ, ਉੱਥੋਂ ਉਹਨਾਂ ਦੇ ਖੂਨ 'ਚੋਂ ਪੰਜਾਬੀ ਕੱਢ ਲਓਗੇ ਤੁਸੀਂ। ਹਰਿਆਣੇ ਦੇ ਵਿੱਚ ਵੀ ਪੰਜਾਬੀ ਚੱਲਦੀ ਹੈ, ਦਿੱਲੀ 'ਚ ਵੀ ਪੰਜਾਬੀ ਚੱਲਦੀ ਹੈ, ਐਂ ਕੱਢ ਲਓਗੇ ਤੁਸੀਂ ਧੱਕੇ ਨਾਲ। ਇਹਨਾਂ ਨੇ ਪਹਿਲਾਂ ਸਾਡੇ ਖੰਭ ਕੁਤਰਨ ਲਈ ਪੰਜਾਬੀ ਨੂੰ, ਪੰਜਾਬ ਤੇ ਪੰਜਾਬੀਆਂ ਨੂੰ, ਤੇ ਪੰਜਾਬੀ ਨੂੰ ਨੀਵਾਂ ਤੇ ਛੋਟਾ ਕਰਨ ਲਈ ਇਹ ਦੁਬਾਰਾ ਚਾਲ ਚੱਲੀ ਗਈ ਹੈ। ਉਸ ਤੋਂ ਬਾਅਦ ਇਹਨਾਂ ਨੇ ਆ ਨਵਾਂ ਵਾਰ ਕੀਤਾ ਸਾਡੇ ਤੇ, ਜਿਹੜੇ ਜੀ ਆਰਡੀਨੈਂਸ, ਕਿਸਾਨ ਆਰਡੀਨੈਂਸ ਜੀ। ਇਹ ਆਪਣੇ ਸਰਕਾਰ ਦੇਖੋ ਕਿੰਨਾ ਭਲਾ ਕਰਨ ਚੱਲੀ ਹੈ ਕਿਸਾਨਾਂ ਦਾ। ਇੰਨਾ ਫਿਕਰ ਕਿਸਾਨਾਂ ਦਾ ਹੈ ਜੀ। ਮੋਦੀ ਸਾਹਿਬ ਜਦੋਂ ਸਹੁੰ ਚੱਕੀ ਸੀ 2014 ਦੇ ਵਿੱਚ, ਉਦੋਂ ਤੁਸੀਂ ਸਭ ਤੋਂ ਪਹਿਲੀ ਗੱਲ ਇਹ ਕਹੀ ਸੀ ਕਿ ਮੈਂ ਕਿਸਾਨਾਂ ਦੇ ਕਰਜ਼ੇ, ਸਾਰੇ ਕਰਜ਼ੇ ਮਾਫ ਕਰ ਦੂੰਗਾ। ਵੀ ਜਦੋਂ ਮੈਂ ਸਹੁੰ ਚੱਕਣ ਜਾਊਂਗਾ ਪਹਿਲਾ ਕੰਮ ਇਹ ਕਰਨਾ ਮੈਂ। ਅੱਜ ਤੱਕ ਤਾਂ ਹੋਏ ਨਹੀਂ ਮੋਦੀ ਸਾਹਿਬ। 15 ਲੱਖ ਤੁਹਾਡਾ ਆਇਆ ਨਹੀਂ। ਡੀਮੋਨੀਟਾਈਜੇਸ਼ਨ ਕਰਕੇ ਤੁਸੀਂ ਦੇਖ ਲਈ, ਕਾਲਾ ਧਨ ਆਇਆ ਨਹੀਂ। ਕਾਲੇ ਧਨ ਵਾਲੇ ਕੋਈ ਅੰਦਰ ਗਏ ਨਹੀਂ। ਤੁਹਾਡਾ ਟਰੈਕ ਰਿਕਾਰਡ ਠੀਕ ਨਹੀਂ ਹੈ, ਤੁਹਾਡੀ ਸਰਕਾਰ ਦਾ। ਤੁਹਾਡਾ ਟਰੈਕ ਰਿਕਾਰਡ ਸਹੀ ਨਾ ਹੋਣ ਕਰਕੇ ਤੁਸੀਂ ਜੇ ਕੋਈ ਚੰਗਾ ਵੀ ਕਰਨਾ ਤਾਂ ਵੀ ਕਿਸੇ ਨੂੰ ਭਰੋਸਾ ਹੈ ਨਹੀਂ, ਤੇ ਪੰਜਾਬੀਆਂ ਨੂੰ ਤੇ ਜਮਾਂ ਹੀ ਭਰੋਸਾ ਹੈ ਨਹੀਂ ਵੀ ਤੁਸੀਂ ਪੰਜਾਬ ਦਾ ਕੋਈ ਭਲਾ ਕਰਨਾ। ਸੋ ਸਾਥੀਓ, ਇਹਦਾ ਰੂਟ ਕਾਜ਼ ਕੀ ਹੈ? ਜੜ ਕਿੱਥੇ ਹੈ? ਤੁਸੀਂ ਦੇਖ ਲਓ, ਹੁਣ ਆਪਣੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ, ਹਰ ਤੀਜੇ ਚੌਥੇ ਘਰ ਦੇ ਵਿੱਚ ਕੈਂਸਰ ਹੈਗਾ ਨਾ। ਤੁਸੀਂ ਸਾਰੇ ਕਦੀ PGI, ਕਦੀ ਹੋਰ ਕਿਸੇ ਕੈਂਸਰ ਸਪੈਸ਼ਲਿਸਟ ਕੋਲ ਦਿਖਾਉਣ ਜਾਂਦੇ ਹੋ ਨਾ,
ਉਹ ਤੁਹਾਡੇ ਟੈਸਟ ਕਰਦੇ ਆ ਕਿ ਨਹੀਂ ਕਰਦੇ ਲੈਬੋਰਟਰੀ ਵਾਲੇ? ਜਦੋਂ ਉਹ ਟੈਸਟ ਕਰਦੇ ਆ, ਤੁਹਾਡੇ ਖੂਨ ਦਾ ਕੱਲਾ ਕੱਲਾ ਕਤਰਾ ਛਾਣ ਮਾਰਦੇ ਆ ਵੀ ਭਾਈ ਕਿੱਥੇ ਕਿੱਥੇ ਕਿਹੜੀ ਬਿਮਾਰੀ ਹੈ। ਫਿਰ ਪੁੱਛਦੇ ਆ ਵੀ ਤੁਹਾਡੇ ਬਜ਼ੁਰਗਾਂ ਚੋਂ ਕਿਸੇ ਨੂੰ ਸੀਗਾ, ਤੇਰੇ ਨਾਨਕਿਆਂ ਚੋਂ ਕਿਸੇ ਨੂੰ ਸੀਗਾ, ਤੇਰੇ ਦਾਦਕਿਆਂ ਚੋਂ ਕਿਸੇ ਨੂੰ ਸੀਗਾ ਕੈਂਸਰ? ਪੁੱਛਦੇ ਆ ਨਾ, ਪੂਰੀ ਰਿਪੋਰਟ ਲੈਂਦੇ ਆ। ਫਿਰ ਹੋਰ ਕਿਹੜੀ ਕਿਹੜੀ ਬਿਮਾਰੀ ਆ ਉਹ ਵੀ ਪੁੱਛਦੇ ਆ। ਉਵੇਂ ਹੀ ਜਿਹੜੀ ਇਹ ਧਰਨਿਆਂ ਦੀ ਜੜ ਹੈ, ਇਹ ਜਿਹੜੀ ਕਿਸਾਨਾਂ ਤੇ ਜ਼ੁਲਮ ਹੋ ਰਿਹਾ ਤੇ ਹੋਰ ਵੱਡਾ ਜ਼ੁਲਮ ਹੋਣ ਜਾ ਰਿਹਾ, ਇਹਦੀ ਜੜ ਕਿੱਥੋਂ ਸ਼ੁਰੂ ਹੁੰਦੀ ਹੈ? ਇਹਦੀ ਜੜ ਸ਼ੁਰੂ ਹੁੰਦੀ ਹੈ ਬਾਈ ਜੀ ਚੇਤੇ ਕਰਾਉਣਾ ਬਣਦਾ, ਕਿਉਂਕਿ ਜਦੋਂ ਸਾਡੇ ਘਰ ਦਾ, ਜਦੋਂ ਆਪਾਂ ਬਹੁਤ ਜ਼ਿਆਦਾ ਮੀਂਹ ਪੈਂਦਾ, ਠੀਕ ਹੈ, ਤੇ ਜਦੋਂ ਆਪਣੀ ਛੱਤ ਚ ਆਉਂਦੀ ਹੈ, ਆਪਾਂ ਉਦੋਂ ਉਹਨੂੰ ਉਹ ਲੱਭਦੇ ਆ, ਬਾਈ ਹੋਏ ਹੋਏ ਉਹ ਫਲਾਣੀ ਜਗ੍ਹਾ ਤੋਂ ਬੰਦ ਕਰੋ, ਓਏ ਸਾਰਾ ਪਾਣੀ ਅੰਦਰ ਆ ਗਿਆ, ਸੋਫੇ ਉਹ ਮੰਜੇ ਗਿੱਲੇ ਹੋ ਗਏ। ਆਪਾਂ ਲੱਭਦੇ ਆ ਨਾ ਉਹਦੀ ਜੜ ਵੀ। ਯਾਰ ਬਰਸਾਤ ਵੇਲੇ ਪਤਾ ਲੱਗਿਆ ਵੀ ਬਾਈ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਸਾਡਾ ਕੋਠਾ ਚੋਂਦਾ। ਉਵੇਂ ਹੀ ਜਿਹੜੀ ਇਹ ਜ਼ੁਲਮ ਦੀ ਬਰਸਾਤ ਸਾਡੇ ਤੇ ਹੋਣ ਜਾ ਰਹੀ ਹੈ, ਹੋਈ ਜਾ ਰਹੀ ਹੈ, ਪਰ ਉਹ ਤੋਂ ਵੱਡੀ ਹੋਣ ਜਾ ਰਹੀ ਹੈ। ਇਹ ਜ਼ੁਲਮ ਦੀ ਬਰਸਾਤ ਵੇਲੇ ਜੜ ਲੱਭੋ ਵੀ ਜੜ ਕਿੱਥੋਂ ਸ਼ੁਰੂ ਹੋਈ ਹੈ। ਜੜ ਸ਼ੁਰੂ ਹੁੰਦੀ ਹੈ ਬਾਈ ਜੀ, ਜਿਹੜੇ ਕਹਿੰਦੇ ਜੱਸੀ ਤੂੰ ਵੋਟਾਂ ਹਾਰ ਗਿਆ, ਤੂੰ ਐ ਤੇ ਹੋ। ਉਦੋਂ ਜੱਸੀ ਸਮਝਾਉਂਦਾ ਕੀ ਹੁੰਦਾ ਲੋਕਾਂ ਨੂੰ? ਉਦੋਂ ਮੈਂ ਜਿੱਤ ਰਿਹਾ ਹੁੰਨਾ, ਹਾਰ ਦੇ ਲੋਕ ਹੋਣੇ ਆ। ਉਦੋਂ ਮੈਂ ਸਮਝਾਉਣਾ ਵੀ ਇੱਕ ਘਟੀਆ ਜੀ ਸ਼ਰਾਬ ਦੀ ਬੋਤਲ ਪਿੱਛੇ ਕਈਆਂ ਦੀਆਂ, ਸਭ ਦੀਆਂ ਨਹੀਂ, ਜਿਨ੍ਹਾਂ ਦੀਆਂ ਜ਼ਮੀਰਾਂ ਵਿਕਦੀਆਂ ਨੇ, ਜਦੋਂ ਉਹੀ ਪਿੰਡ ਦੇ ਸਰਪੰਚ, ਕੋਈ ਕਾਂਗਰਸ ਦਾ ਸਰਪੰਚ ਤੇ ਕੋਈ ਅਕਾਲੀਆਂ ਦਾ ਸਰਪੰਚ, ਕੋਈ ਫਲਾਣੀ ਪਾਰਟੀ ਦਾ ਸਰਪੰਚ, ਪਿੰਡ ਦਾ ਸਰਪੰਚ ਬਹੁਤ ਘੱਟ ਹੁੰਦਾ ਉਦੋਂ ਉਹ ਚੋਰਾਂ ਦਾ ਸਰਪੰਚ ਹੁੰਦਾ ਹੈ। ਉਦੋਂ ਥੋੜੇ ਟਾਈਮ ਲਈ ਉਹ ਉੱਪਰਲੇ ਜਿਹੜੇ ਉਹਦੇ ਆਕਾ ਨੇ, ਉਹ ਤੁਹਾਡੇ ਸਰਪੰਚ ਨੂੰ ਪਹਿਲਾਂ ਹੀ ਪੱਟੀ ਪੜਾਈ ਬੈਠੇ ਹੁੰਦੇ ਆ ਵੀ ਵੋਟਾਂ ਵੱਧ ਤੋਂ ਵੱਧ ਲਿਆਉਣੀਆਂ ਕਿਵੇਂ। ਘਟੀਆ ਤੋਂ ਘਟੀਆ ਦਾਰੂ ਤੁਹਾਡੇ ਪਿੰਡਾਂ ਸਪਲਾਈ ਹੁੰਦੀ ਹੈ ਬਾਈ ਜੀ। ਉਹ ਅੱਜ ਜਿਹੜੀ ਇੱਕ ਬੋਤਲ ਹੈ ਨਾ, ਜਿਹਨੇ ਵੀ ਪੀਤੀ ਆ ਜਾਂ ਜਿਹਨੇ ਪਲਾਈ ਹੈ, ਉਦੋਂ ਪਾਪੀਆਂ ਨੂੰ ਅੱਗੇ ਕਰਨ ਚ ਆ ਹਰਸਿਮਰਤ ਬਾਦਲ, ਆ ਸੁਖਬੀਰ ਬਾਦਲ, ਆ ਪ੍ਰਨੀਤ ਕੌਰ ਨੂੰ ਜਿਤਾਉਣ ਵੇਲੇ ਜਿਨ੍ਹਾਂ ਨੇ ਇਹ ਦਾਰੂ ਪਿਆਈ ਸੀ, ਅੱਜ ਉਹ ਸਾਰੇ ਦੁਖੀ ਨੇ ਕਿਸਾਨਾਂ ਦੇ। ਔਰ ਉਹੀ ਤੁਹਾਡੇ ਵਿੱਚ ਵੜੇ ਹੋਏ ਐ, ਉਹੀ ਕਹਿੰਦੇ ਆ ਕਿਸਾਨਾਂ ਲਈ ਕੁਰਬਾਨੀ ਦੇਣੀ ਹੈ। ਡਾਕਟਰ ਧਰਮਵੀਰ ਗਾਂਧੀ ਵਰਗਾ ਸੰਤ ਹਰਾ ਬੈਠੇ ਨਾ, ਅੱਜ ਅਗਰ ਉਹ ਜਿੱਤਿਆ ਹੁੰਦਾ, ਉਹ ਬਾਈ ਦਹਾੜ ਦੇਖਦੇ ਤੁਸੀਂ 70 ਸਾਲ ਦੇ ਬਜ਼ੁਰਗ ਦੀ, ਗੱਲਾਂ ਲਾਲ ਹੁੰਦੀਆਂ, ਲੋਹਾ ਲਾਖਾ ਹੋ ਕੇ ਲੜਨ ਜਾਂਦਾ। ਮੈਡਮ ਪ੍ਰਨੀਤ ਕੌਰ ਕਿੱਥੇ ਨੇ ਬਾਈ ਜੀ? ਕੋਈ ਬਿਆਨ ਵੀ ਨਹੀਂ ਆਇਆ। ਬੀਤ ਚੁੱਕੇ ਲੀਡਰ, ਰਜਵਾੜਾ ਸ਼ਾਹੀ ਮਾਣ ਚੁੱਕੇ ਲੀਡਰ ਤੁਹਾਡੇ ਲਈ ਲੜਨਗੇ ਏਸੀ ਛੱਡ ਕੇ। ਉਹ ਮੁੜਕੋ ਮੁੜਕੀ ਹੋਏ ਕਿਸਾਨਾਂ ਨੂੰ ਗੱਲ ਲਾਉਣਗੇ ਜਿਨ੍ਹਾਂ ਚੋਂ ਬਦਬੂ ਆਉਂਦੀ ਹੈ। ਕਿਹੜੇ ਭਲੇਖੇ ਚੋਂ? ਉਹ ਜਿਹੜੇ ਤੁਸੀਂ ਲੀਡਰ ਚੁਣੇ, ਉਦੋਂ ਪਹਿਲੀ ਲਾਠੀ ਉਹਨਾਂ ਦੇ ਪੈਣੀ ਚਾਹੀਦੀ ਆ, ਅੱਗੇ ਕਰੋ ਉਹਨਾਂ ਨੂੰ। ਤੇ ਜਿਹੜੇ ਸਿੰਗਰਾਂ ਨੇ ਜਾਂ ਕਿਸੇ ਹੋਰ ਨੇ ਪ੍ਰਚਾਰ ਕੀਤਾ, ਉਹਨਾਂ ਨੂੰ ਅੱਗੇ ਕਰੋ ਵੀ ਖਾਓ ਲਾਠੀ। ਕਿਸਾਨ ਕਿਉਂ ਖਾਵੇ? ਭੋਲਾ ਕਿਸਾਨ ਕਿਉਂ ਖਾਵੇ ਲਾਠੀ? ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਤਾਂ ਜੌਬ, ਮੈਂਬਰ ਆਫ ਪਾਰਲੀਮੈਂਟ ਦੀ ਜੌਬ ਹੈ, ਤਨਖਾਹ ਮਿਲਦੀ ਉਹਨਾਂ ਨੂੰ, ਭੱਤੇ ਮਿਲਦੇ ਆ, ਕਿਰਾਇਆ ਮਿਲਦਾ ਉਹਨਾਂ ਨੂੰ, ਕੋਠੀਆਂ ਦਾ ਕਿਰਾਇਆ ਮਿਲਦਾ, ਟੈਲੀਫੋਨ ਦਾ ਖਰਚਾ ਮਿਲਦਾ, ਬਾਹਰ ਅੰਦਰ ਜਾਣ ਨੂੰ ਫਲਾਈਟਾਂ ਦੇ ਖਰਚੇ ਮੁਫਤ ਆ। ਉਹਨਾਂ ਕੋਲ ਕਿੰਨੇ ਹੀ ਬੰਦੇ ਪੈਸੇ ਭੇਜਦੇ ਆ ਬਾਹਰੋਂ, NRI ਵੀ ਸਾਡਾ ਬੰਦਾ ਖੜ ਗਿਆ, ਸਾਡਾ ਬੰਦਾ ਖੜ ਗਿਆ। ਕਰੋੜਾਂ ਰੁਪਏ ਜਮ੍ਹਾਂ ਹੁੰਦੇ ਆ ਉਹਨਾਂ ਕੋਲ। ਜਿਹੜੇ ਜਿੱਤੇ ਨੇ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਬਾਈ ਉਹਨਾਂ ਨੂੰ ਅੱਗੇ ਕਰੋ। ਹੁਣ ਕੰਮ ਤਾਂ ਉਹਨਾਂ ਦਾ ਸੀ ਪਾਰਲੀਮੈਂਟ 'ਚ ਬੋਲਣਾ, ਕਿਉਂ ਨਹੀਂ ਕਿਸੇ ਮੈਂਬਰ ਆਫ ਪਾਰਲੀਮੈਂਟ ਨੇ ਆਪਣੇ ਆਪ ਨੂੰ ਫਾਇਲ ਲਾ ਲਿਆ ਹੋਏ? ਜਦ ਤੁਹਾਡੇ ਉੱਤੇ ਬਿੱਲ ਥੋਪਿਆ ਜਾ ਰਿਹਾ ਸੀ, ਕਿਸੇ ਨੇ ਉੱਥੇ ਪਾਰਲੀਮੈਂਟ ਦੇ ਵਿੱਚ ਆਪਣੇ ਗਲ 'ਚ ਫਾਹਾ ਪਾਇਆ? ਕਿ ਸਾਨੂੰ ਦਿਲੋਂ ਹਮਦਰਦੀ ਹੈ, ਕੋਈ ਬਨਾਵਟ ਨਹੀਂ ਹੈ। ਉਹ ਤੁਸੀਂ ਆਪਣੇ ਗਲ 'ਚ ਫਾਹਾ ਨਹੀਂ ਪਾਉਣਾ, ਇਕੱਠੇ ਹੋ ਜਾਓ। ਟਾਈਮ ਆਇਆ ਇਕੱਠੇ ਹੋ ਜਾਓ ਦੁਬਾਰਾ। ਜਦੋਂ ਕੋਈ ਜ਼ੁਲਮ ਕਰਦਾ, ਚਾਹੇ ਉਦੋਂ ਹੀ ਸਹੀ, ਉਦੋਂ ਹੀ ਇਕੱਠੇ ਹੁੰਦੇ ਆ, ਹੋ ਤਾਂ ਜਾਓ। ਹੁਣ ਇਕੱਠੇ ਹੋ ਜਾਓ। ਪਹਿਲਾਂ ਅੱਗੇ ਇਹਨਾਂ ਨੂੰ ਕਰੋ ਜਿਹੜੇ MP ਬਣਾ ਕੇ ਤੋਰੇ ਆ, ਇਹਨਾਂ ਦੀ ਜ਼ਿੰਮੇਵਾਰੀ ਸੀ। ਕਿਉਂਕਿ ਜਿਹੜਾ ਕਾਨੂੰਨ ਪਾਸ ਹੋਇਆ, ਉਹ ਬਾਈ ਜੀ ਇਹ ਤੁਹਾਡੀ ਰਾਜ ਸਭਾ ਤੇ ਲੋਕ ਸਭਾ 'ਚ ਹੋਇਆ। ਤੇ ਜਿਹੜੇ ਰਾਜ ਸਭਾ ਮੈਂਬਰ ਭੇਜੇ ਆ, ਪੁੱਛੋ ਇਹਨਾਂ ਨੂੰ। ਜਿਹੜੇ ਲੋਕ ਸਭਾ ਮੈਂਬਰ ਭੇਜੇ ਆ, ਪੁੱਛੋ ਇਹਨਾਂ ਨੂੰ। ਪਹਿਲੀ ਜ਼ਿੰਮੇਵਾਰੀ ਇਹਨਾਂ ਦੀ ਆ। ਇਹਨਾਂ ਨੂੰ ਅੱਗੇ ਲਾ ਲਓ ਧੂ ਕੇ। ਕੋਈ ਕਹਿੰਦਾ ਵੋਟਾਂ ਪਈਆਂ ਹੀ ਨਹੀਂ ਜੀ ਉੱਥੇ। ਮਾਨ ਸਾਹਿਬ ਕਹਿੰਦੇ ਨੇ, ਭਗਵੰਤ ਜੀ ਕਹਿੰਦੇ ਉੱਥੇ ਵੋਟਾਂ ਨਹੀਂ ਪਈਆਂ। ਉੱਥੋਂ ਦੀ ਸਪੀਚ ਆਉਂਦੀ, ਉਹ ਕਹਿੰਦੇ ਵੋਟਾਂ ਪਈਆਂ ਨੇ। ਹੁਣ ਕੌਣ ਸੱਚ ਬੋਲਦਾ, ਕੌਣ ਝੂਠ ਬੋਲਦਾ?
ਜ਼ਿੰਮੇਵਾਰੀ ਤਾਂ ਇਹਨਾਂ ਦੀ ਹੈ ਨਾ ਬਾਈ ਜੀ। ਪਹਿਲੀ ਜ਼ਿੰਮੇਵਾਰੀ ਵੀ ਜ਼ੁਲਮ ਦੀ ਪਹਿਲੀ ਲਾਠੀ ਲੋਕੋ ਮੈਂਬਰ ਪਾਰਲੀਮੈਂਟ ਦੇ ਪੈਣੀ ਚਾਹੀਦੀ। ਓਏ ਲੀਡਰੋ, ਹੁਣ ਚੇਤੇ ਰੱਖਿਓ, ਸਾਡੇ ਕਿਸਾਨ ਦੀ ਇੱਕ ਵੀ ਪੱਗ ਨਹੀਂ ਟਹਿਣੀ ਚਾਹੀਦੀ, ਨਹੀਂ ਟਹਿਣੀ ਚਾਹੀਦੀ। ਗਾਂ ਕਰੋ ਜਿਨ੍ਹਾਂ ਦੀ ਜੌਬ ਹੈ। ਤੇ ਬਾਈ ਜੀ ਉਹ ਜੜ ਤੱਕ ਜ਼ਰੂਰ ਜਾਇਓ, ਕਿਉਂਕਿ ਜਦੋਂ ਛੱਤ ਚੋਂਦੀ ਹੈ ਤਾਂ ਪਤਾ ਲੱਗਦਾ ਵੀ ਭਾਈ ਮੀਂਹ ਪਏ ਤੋਂ ਸਾਰੇ ਭਿੱਜ ਗਏ, ਸਾਰਾ ਟੱਬਰ। 3 ਦਿਨ ਬਾਈ ਬਰਸਾਤ ਪਈ, 3 ਦਿਨ ਅਸੀਂ ਸਾਰੇ ਠੁਰ ਠੁਰ ਕਰਦੇ ਰਹੇ ਬਾਈ, ਕੋਠੇ ਚੋਂਦੇ ਸੀ, ਕਣਕ ਭਿੱਜ ਗਈ, ਬਹੁਤ ਬੁਰਾ ਹਾਲ ਰਿਹਾ। ਅੱਜ ਸਾਡੀ ਕਣਕ ਭਿੱਜ ਗਈ, ਅੱਜ ਸਾਨੂੰ ਪਤਾ ਲੱਗ ਗਿਆ ਸਾਡੇ ਲੂਪ ਹੋਲ ਕਿੱਥੇ ਨੇ। ਜੇ ਸੱਚਮੁੱਚ ਪਤਾ ਲੱਗ ਗਿਆ ਤਾਂ ਬਾਈ ਜੀ ਉਹ ਲੀਡਰਾਂ ਨੂੰ ਮੂੰਹ ਨਾ ਲਾਇਓ ਹੁਣ, ਜਿਨ੍ਹਾਂ ਨੇ ਗਿਰਗਟਾਂ ਵਾਂਗ ਹੁਣ ਰੰਗ ਬਦਲ ਲਏ। ਪਹਿਲਾਂ ਸੁਖਬੀਰ ਬਾਦਲ ਹੋਰੀ ਫਾਇਦੇ ਗਿਣਾਈ ਗਏ, ਹਰਸਿਮਰਤ ਬਾਦਲ ਫਾਇਦੇ ਗਿਣਾਈ ਗਈ ਇਹਦੇ ਵੀ ਬਹੁਤ ਅੱਛਾ ਬਿੱਲ ਹੈ, ਬਹੁਤ ਫਾਇਦਾ ਹੋਏਗਾ ਕਿਸਾਨਾਂ ਨੂੰ। ਜੂਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਬਾਦਲ ਫਾਇਦੇ ਗਿਣਾ ਰਿਹਾ ਸੀ। ਅੱਜ ਜਦੋਂ ਉਹਨੇ ਦੇਖਿਆ ਵੀ ਕਿਸਾਨ ਉਲਟ ਹੋ ਗਿਆ, ਵੋਟਾਂ ਤਾਂ ਚੱਲੀਆਂ, ਗੱਦੀ ਤਾਂ ਖਿਸਕ ਚੱਲੀ, ਤਾਂ ਬਾਈ ਜੀ ਹੁਣ ਉਹ ਸੁਖਬੀਰ ਬਾਦਲ ਕਹਿੰਦਾ ਸੀ ਧਰਨੇ ਲਾਵਾਂਗੇ, ਅਕਾਲੀ ਦਲ ਨੂੰ ਫਿਕਰ ਆ ਗਈ। ਹੁਣ ਪ੍ਰਕਾਸ਼ ਸਿੰਘ ਬਾਦਲ ਦਾ ਵੀ ਬਿਆਨ ਆ ਜਾਊਗਾ ਕਿ ਮੈਂ ਕਿਸਾਨਾਂ ਦਾ ਹਤੈਸ਼ੀ, ਕਿਸਾਨਾਂ ਦਾ ਮਸੀਹਾ, ਹਰ ਕੁਰਬਾਨੀ ਦੇਣ ਨੂੰ ਤਿਆਰ ਹੈ। ਫਿਰ ਲਓ ਇਹਨਾਂ ਦੀ ਕੁਰਬਾਨੀ। ਹੁਣ ਲੈਣੀ ਕਦੋਂ ਇਹਨਾਂ ਦੀ ਕੁਰਬਾਨੀ? ਇਹਨਾਂ ਨੂੰ ਕੋ ਆਪਣੇ ਬਾਡੀਗਾਰਡ Z+Y+ ਸਿਕਿਉਰਿਟੀ ਪਾਸੇ ਕਰ ਦੋ। ਆਓ ਹੁਣ ਨਾਰਮਲ ਜੇ ਬੰਦੇ ਬਣ ਕੇ ਆਓ ਜਰਾ ਅੰਦਰ, ਚਾਹੇ ਪਜਾਮੇ ਦੇ ਜੀਨ ਪਾ ਕੇ ਆ ਜਾਓ, ਪੁੜੇ ਤੇ ਪੈਂਦੀ ਬੜੀ ਭੈੜੀ ਆ ਇਹ। ਹੁਣ ਟੈਸਟਿੰਗ ਟਾਈਮ ਹੈ, ਤਾਂ ਫਾਇਦਾ। ਇਹ ਧਰਨਾ ਹੋਵੇ ਤਾਂ ਫਿਰ ਆਖਰੀ ਹੋਵੇ। ਕਦੋਂ ਤੱਕ ਧਰਨੇ ਹੀ ਲਾਈ ਜਾਣੇ ਸਾਰੀ ਜ਼ਿੰਦਗੀ ਯਾਰ? ਕਿਉਂ ਲਾਉਣੇ ਪੈਂਦੇ? ਪਹਿਲਾਂ ਉਹਦੇ 'ਚ ਜਾਓ, ਕੌਣ ਲਗਵਾਉਂਦਾ ਧਰਨੇ? ਤੇ ਜਦੋਂ ਤੁਸੀਂ ਧਰਨੇ ਲਾਉਂਦੇ ਹੋ ਤੁਹਾਡੇ ਤੇ ਡਾਂਗ ਕੌਣ ਵਰਾਉਂਦਾ? ਉਹੀ ਵਰਾਉਂਦਾ ਜਿਹਨੂੰ ਤੁਸੀਂ ਜਿਤਾ ਕੇ ਤੋਰਿਆ। ਉਹਦੀ ਐਡੀ ਹਿੰਮਤ ਵੀ ਵੋਟਾਂ ਵੇਲੇ ਮਿੰਨਤਾਂ ਕਰੇ, ਗੁਟਕੇ ਦੀਆਂ ਸੌਹਾਂ ਖਾਵੇ, ਤੁਹਾਡੇ ਅੱਗੇ ਹੱਥ ਜੋੜੇ, ਲੇਲੜੀਆਂ ਕੱਢੇ, ਗੰਦੇ ਮੈਲੇ ਕੁਚੈਲੇ ਸਾਡੇ ਉਹ ਜਵਾਕ ਵੀ ਨਾਲੀਆਂ ਤੋਂ ਚੱਕ ਚੱਕ ਕਹੇ ਮੇਰਾ ਬੱਚਾ, ਮੇਰਾ ਬੱਚਾ। ਨਾ, ਅੱਜ ਜੇ ਤੇਰਾ ਬੱਚਾ ਤਾਂ ਕਿਸਾਨ ਵੀ ਇਹ ਪੰਜਾਬ ਦਾ ਬੱਚਾ ਆ। ਇਹ ਪੰਜਾਬ ਦੇ ਉੱਤੇ ਜ਼ੁਲਮ ਨਹੀਂ ਹੋਣ ਦੇਣਾ ਚਾਹੀਦਾ। ਇਹ ਸਾਡੇ ਕਿਸਾਨ ਦੇ ਉੱਤੇ, ਸਾਡੇ ਹਰਿਆਣੇ ਦੇ ਕਿਸਾਨ ਦੇ ਉੱਤੇ ਜ਼ੁਲਮ ਨਹੀਂ ਹੋਣ ਦੇਣਾ ਚਾਹੀਦਾ। ਜੇ ਅੱਜ ਵੀ ਕੱਲਾ ਕੱਲਾ ਲੀਡਰ ਆਪਣੀ ਲੀਡਰੀ ਚਮਕਾਉਣ ਤੁਰ ਪਿਆ ਕਿ ਮੈਂ ਕਿਸਾਨਾਂ ਦਾ ਮਸੀਹਾ ਵੱਜਾਂ, ਮੇਰੀ ਪਾਰਟੀ ਅੱਗੇ ਆ ਜੇ, ਉਹ ਸਭ ਦੇ ਤੁਸੀਂ ਗਿਰਗਿਟ ਵਾਲੇ ਰੰਗ ਪਛਾਣੀ ਜਾਇਓ। ਅਸੀਂ ਤਾਂ ਹਾਰੇ ਹੋਏ ਬੰਦੇ ਆ ਬਾਈ ਜੀ। ਅਸੀਂ ਤਾਂ ਜਿਹਨੂੰ ਕਹਿੰਦੇ ਆ ਵੀ ਪਾਗਲ ਵੀ ਕਹਿ ਲਓ, ਸਾਨੂੰ ਕੁਝ ਨਹੀਂ ਪਤਾ। ਜੱਸੀ ਜਸਰਾਜ ਨੂੰ ਇੰਨਾ ਕੁ ਤਜਰਬਾ ਤੇ ਹੋ ਗਿਆ, ਇਹਨਾਂ ਦੇ ਵਿੱਚ ਜਾ ਕੇ ਇਹਨਾਂ ਤੇ ਪਤਾ ਲੱਗ ਗਿਆ ਵੀ ਲੈਂਸ ਨਾਲ ਦੇਖ ਲਿਆ ਕਿਹੜਾ ਕਿੱਥੋਂ ਬੋਲਦਾ ਹੈ। ਚਾਹੇ ਜਿਨ੍ਹਾਂ ਨੂੰ ਤਾਂ ਇਮਾਨਦਾਰੀ ਦੇ ਮਖੌਟੇ ਪਾਈ ਦੇਖਦੇ ਹੋ, ਮੈਂ ਸਾਰੇ ਦੇਖ ਲਏ, ਨੰਗੇ ਦੇਖ ਲਏ। ਸੋ ਇਸ ਟਾਈਮ ਤੁਹਾਡਾ ਅਗਰ ਹੱਕ ਲੈਣਾ ਤਾਂ ਬਾਈ ਜੀ, ਅਗਰ ਸਾਡੇ ਪੰਜਾਬ ਦਾ ਹੱਕ ਲੈਣਾ ਤਾਂ ਇੱਕੋ ਹੀ ਤਰਤੀਬ ਤੇ ਇੱਕੋ ਹੀ ਉਹ ਹੈ ਕਿ ਪੁਰਾਣਾ ਜ਼ਰੂਰ ਚੇਤੇ ਕਰ ਲਿਓ ਵੀ ਬਾਈ ਇਹ ਬਿਮਾਰੀ ਆ ਕਿੱਥੋਂ ਰਹੀ ਹੈ। ਜੇ ਸਾਡੀ ਫਸਲ ਨੂੰ ਕੋਈ ਕੀੜਾ ਲੱਗ ਜੇ, ਅਸੀਂ ਦੇਖਦੇ ਹਾਂ ਨਾ ਆਇਆ ਕਿੱਥੋਂ, ਕਿੱਥੇ ਕਮੀ ਰਹਿ ਗਈ, ਤਾਂ ਕਿ ਅਗਲੇ ਸਾਲ ਨਾ ਆਵੇ। ਅਸੀਂ ਸਭ ਦੇਖਦੇ ਹਾਂ, ਪਰ ਜਦੋਂ ਸਾਡੇ ਤੇ ਇਹ ਚੀਜ਼ਾਂ ਦਾ ਜ਼ੁਲਮ ਆਉਂਦਾ ਅਸੀਂ ਭੁੱਲ ਜਾਂਦੇ ਹਾਂ। ਵੋਟਾਂ ਵੇਲੇ ਫੇਰ ਭੁਲੋ ਲਏ ਜਾਂਦੇ ਹਾਂ। ਅੱਜ ਗੱਦਾਰ ਪਛਾਣ ਲਓ, ਤੁਹਾਡੇ ਪਿੰਡ ਦਾ ਗੱਦਾਰ ਕੌਣ ਹੈ? ਜਿਹੜੇ ਕਹਿੰਦੇ ਆ ਨਾ ਕਿ ਪਿੰਡ ਦੀ ਜਿਹੜੀ ਗ੍ਰਾਮ ਸਭਾ ਆ ਉਹ ਇਹਨੂੰ ਜਿਹੜੀ ਲੋਕ ਸਭਾ ਤੇ ਰਾਜ ਸਭਾ ਨੂੰ ਚੈਲੰਜ ਕਰੂਗੀ, ਤੇ ਮੈਂ ਕਹਿੰਦਾ ਬਿਲਕੁਲ ਸਹੀ ਕਹਿੰਦੇ ਆ। ਫਿਰ ਅੱਜ ਇਹ ਵੀ ਗੱਲ ਪੱਕੀ ਹੈ ਕਿ ਪਿੰਡ ਦੀ ਗ੍ਰਾਮ ਸਭਾ ਦੇ ਵਿੱਚੋਂ ਤੁਹਾਡੇ ਕਿਹੜੇ ਗੱਦਾਰ ਨੇ ਜਿਹੜੇ ਤੁਹਾਡੇ ਕਿਸਾਨ ਦੀ ਪੱਗ ਤੇ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਵੇਚ ਕੇ ਆਉਂਦੇ ਨੇ? ਇਹਨਾਂ ਲੀਡਰਾਂ ਨੂੰ ਉਹ ਵੀ ਤਾਂ ਪਛਾਣੋ, ਨਹੀਂ ਤਾਂ ਲਾਈ ਜਾਓ ਧਰਨੇ, ਕੁਝ ਨਹੀਂ ਹੋਣਾ। ਕੌੜਾ ਕਹਿ ਰਿਹਾ ਪਰ ਸੱਚ ਕਹਿ ਰਿਹਾ ਤੁਹਾਨੂੰ। ਜਦ ਤੱਕ ਘਰ ਦਾ ਭੇਦੀ ਲੰਕਾ ਢਾਹ ਕੌਣ ਰਿਹਾ, ਤੁਹਾਡੇ ਆਪਣੇ ਪਿੰਡ ਦੇ ਪੰਚਾਂ ਸਰਪੰਚਾਂ ਚੋਂ ਪਛਾਣ ਲਿਓ, ਮੋਤਬਰ ਬੰਦਿਆਂ ਚੋਂ ਪਛਾਣ ਲਿਓ, ਜਿਹੜੇ ਉਹਨਾਂ ਦਾ ਪ੍ਰਚਾਰ ਕਰਦੇ ਨੇ, ਜਿਹੜੇ ਪਾਪੀਆਂ ਨੂੰ ਲਿਆ ਕੇ ਤੁਹਾਡੇ ਸਿਰ ਤੇ ਬਿਠਾਉਂਦੇ ਆ। ਅੱਜ ਉਹ ਲੀਡਰ ਕਿੱਥੇ ਨੇ? ਤੇ ਜਿਹੜੇ ਆਰਟਿਸਟ ਉਹਨਾਂ ਲੀਡਰਾਂ ਦਾ ਪ੍ਰਚਾਰ ਕਰਦੇ ਆ, ਚਾਹੇ ਕਿਸੇ ਵੀ ਰਿਸ਼ਤੇਦਾਰੀ ਕਰਕੇ, ਦੋਸਤੀ ਕਰਕੇ, ਅੱਜ ਉਹਨਾਂ ਬੰਦਿਆਂ ਨੂੰ ਅੱਗੇ ਕਰੋ ਕਿ ਚਲੋ ਅੱਗੇ ਵਧੋ ਬਾਈ, ਅੱਜ ਡਾਂਗ ਖਾਣ ਦਾ ਟਾਈਮ ਆ ਗਿਆ। ਚਲੋ ਗੀਤਾਂ 'ਚ ਬਹੁਤ ਜ਼ਿਆਦਾ ਦਲੇਰੀ ਦਿਖਾ ਲਈ, ਆਓ ਅੱਗੇ ਵਧੋ। ਹੁਣ ਛੱਡੋ ਆਪਣੀ ਉਹ ਗਾਇਕੀ ਗੂਕੀ, ਥੋੜੇ ਟਾਈਮ ਲਈ ਛੱਡ ਲਓ। ਕਿਸਾਨ ਬਹੁਤ ਖਤਰੇ 'ਚ ਹੈ, ਕਿਸਾਨ ਦੀ ਫਸਲ ਖਤਰੇ 'ਚ ਹੈ, ਪੰਜਾਬ ਦਾ ਸਭ ਕੁਝ ਖਤਰੇ 'ਚ ਹੈ। ਤੇ ਜਿਹੜੇ ਸ਼ਹਿਰੀ, ਮੋਟੀ ਵੱਡੀ ਗੱਲ, ਜਿਹੜੇ ਸ਼ਹਿਰੀ ਲੋਕ ਨੇ ਵੀਰੇ,
ਮੇਰੇ ਪੰਜਾਬ ਦੇ, ਆਪਣੇ ਆਪ ਨੂੰ ਐ ਨਾ ਸੋਚੋ ਇਹ ਆਫਤ ਤੁਹਾਡੇ ਤੇ ਨਹੀਂ ਹੈਗੀ। ਥੋੜੀ ਧਰਾ ਨਿਕਲ ਜਾਣੀ, ਧਰਾ ਜਦੋਂ ਸਭ ਕੁਝ ਮਹਿੰਗਾ ਹੋ ਜਾਣਾ ਸਟੋਰਾਂ 'ਚ, ਚਾਹੇ ਕਿਸੇ ਮਾਲ ਤੋਂ ਲੈ ਆਏ ਹੋ ਤੇ ਚਾਹੇ ਕਿਤੋਂ ਆ। ਜਿਹੜੇ ਰੇੜੀ ਫੜੀ ਵਾਲੇ ਨਾ ਵਿਚਾਰੇ ਭੁੱਖੇ ਮਰ ਜਾਣਗੇ। ਅੱਜ ਜਿਨ੍ਹਾਂ ਕੋਲ ਤੁਸੀਂ ਕਰ ਲੈਂਦੇ, भैया इतना महंगा कैसे लगा दिया, ना ना ऐसे थोड़ी ना, 30 रुपए किलो आलू वो तो 20 रुपए दे रहा है, ना ना इतना महंगा नहीं, ठीक ठीक लगा लो। ओ शहरियो, ਧਰਾ ਥੋੜੀ ਨਿਕਲ ਜਾਣੀ ਆ। ਪਿੰਡੂ ਬੰਦੇ ਕੋਲ ਤਾਂ ਫਿਰ ਵੀ 2-4 ਕਨਾਲ ਉਹਦੇ ਪਏ ਹੋਣੇ ਆ, ਵੀ ਉੱਥੇ ਉਹ ਸਬਜ਼ੀ ਉਗਾ ਲੂਗਾ, ਆਪਣੇ ਜੋਗਾ ਕਰ ਲੂਗਾ। ਚੀਕਾਂ ਨਿਕਲ ਜਾਣੀਆਂ ਤੁਹਾਡੀਆਂ, ਚੀਕਾਂ। ਜਿਹੜੇ ਕੋਈ ਸ਼ਹਿਰੀ ਸੋਚਦੇ ਐ हमारा तो क्या, हमारे तो मोदी साहब बहुत अच्छे हैं, हमें तो तनख्वाह मिलती है, हमें तो कोई फर्क नहीं पड़ता किसानों से। चाहे 2 ਲੱਖ रुपया तनख्वाह होया होई, ਜਦੋਂ 200 रुपए किलो आलू मिलन लग पैਣਾ ना रिलायंस ਤੇ ਹੋਰਾਂ ਦੇ, ਤੇ ਚੀਕਾਂ ਜਾਣੀਆਂ ਨਿਕਲ ਤੁਹਾਡੀਆਂ। ਪੈਟਰੋਲ ਹੁਣ ਉਹ ਦਿੰਦੇ ਨੇ, ਉਹ ਕੀ ਕਰ ਲੈਂਦੇ ਹੋ ਤੁਸੀਂ? क्या कर, मजबूरी में पेट्रोल डलवाना पड़ता है, 80 रुपए लीटर डीजल। तो सब ते आफत आएगी, किसान कला नहीं जाएगा। ਜਦੋਂ किसान ਦੀ ਸਬਜ਼ੀ ਮਹਿੰਗੀ ਹੁੰਦੀ ਹੈ ਤਾਂ ਬਾਈ ਜੀ ਉਹ ਕਹਿੰਦੇ ਆ ਨਾ ਜੀ ਡੀਜ਼ਲ ਮਹਿੰਗਾ ਹੋ ਗਿਆ, ਇਸ ਲਈ ਸਬਜ਼ੀ ਮਹਿੰਗੀ ਹੋ ਗਈ, ਕਿਉਂਕਿ ਜਿਹੜਾ ਆਯਾਤ ਨਿਰਯਾਤ ਹੈ, ਜਿਹੜਾ ਟਰੱਕ ਡਰਾਈਵਰ ਉਹ ਸਮਾਨ ਸਬਜ਼ੀ ਢੋ ਕੇ ਲਿਆਇਆ, ਸੰਤਰੇ ਨਾਗਪੁਰ ਤੋਂ ਲਿਆਇਆ, ਕੋਈ ਚੀਜ਼ ਕਿਤੋਂ ਲਿਆਇਆ, ਉਹ ਕਹਿੰਦੇ ਜੀ ਡੀਜ਼ਲ ਮਹਿੰਗਾ ਹੋਣ ਕਰਕੇ ਸਾਰੀਆਂ ਚੀਜ਼ਾਂ ਦਾ ਰੇਟ ਮਹਿੰਗਾ ਹੋ ਗਿਆ। ਜੇ ਕਿਸਾਨ ਦੇ ਹੱਥੋਂ ਜਿਹੜਾ ਤੁਹਾਨੂੰ ਸਸਤੀ ਤੋਂ ਸਸਤੀ ਚੀਜ਼ ਦਿੰਦਾ, ਜਿਹਨੂੰ ਵਿਚਾਰੇ ਨੂੰ 1 ਰੁਪਿਆ ਕਿਲੋ ਪਿੱਛੇ ਨਹੀਂ ਬਚਦਾ, ਉਹ ਕਿਸਾਨ ਅਗਰ ਉਹੀ ਵਿੱਚੋਂ ਨਿਕਲ ਗਿਆ ਤਾਂ ਬਾਈ ਜੀ ਇਹ ਕਾਰਪੋਰੇਟ ਖਾ ਜਾਏਗਾ। ਜਿਵੇਂ ਕਾਰਪੋਰੇਟ ਪੈਟਰੋਲ ਮਹਿੰਗਾ ਕਰਦਾ ਸਰਕਾਰਾਂ ਨਾਲ ਮਿਲ ਕੇ, ਸਰਕਾਰ ਨੂੰ ਮਣਾ ਮੂੰਹੀ ਪੈਸਾ ਪਹੁੰਚਦਾ ਵੀ ਮਹਿੰਗਾ ਕਰਨ ਜਾ ਰਹੇ ਆ, ਸਰਕਾਰ ਕਹਿੰਦੀ ਕੱਢੋ ਹਿੱਸਾ। ਉਹ ਲੀਡਰ ਵਿਕ ਜਾਂਦੇ, ਉਹ ਮੰਤਰੀ ਜਿਹੜੀ ਮਰਜ਼ੀ ਆਪਣੇ ਫੀਲਡ ਦਾ ਲਾਇਆ ਹੋਵੇ ਜੀ, ਕ੍ਰਿਸ਼ੀ ਮੰਤਰੀ ਤੇ ਫਲਾਣਾ ਮੰਤਰੀ ਤੇ ਫਾਈਨੈਂਸ ਮਿਨਿਸਟਰ ਤੇ ਐਂਸ ਮਿਨਿਸਟਰ, ਉਹ ਤੁਹਾਡਾ ਖਰੀਦ ਲੈਂਦੇ ਨੇ ਉਹ ਕਾਰਪੋਰੇਟ। ਵੀ ਆ ਚੱਕ ਓਏ, ਚੱਕ 400 ਕਰੋੜ, ਜਾਂ ਆਸਟ੍ਰੇਲੀਆ 'ਚ ਜਾ ਕੇ ਜ਼ਮੀਨਾਂ ਖਰੀਦ ਲਾ। ਉਹ ਤੁਹਾਡਾ ਮਿਨਿਸਟਰ ਖਰੀਦ ਲੈਂਦੇ ਨੇ ਤੇ ਤੁਹਾਡੇ ਤੇ ਭਾਰ ਆ ਜਾਂਦਾ ਅਰਬਾਂ ਕਰੋੜਾਂ ਦਾ। ਸੋ ਲੁੱਟੇ ਜਾਓਗੇ ਅਗਰ ਤੁਸੀਂ ਅੱਜ ਇਹ ਧਰਨਿਆਂ ਦੀ ਵਜ੍ਹਾ 'ਚ ਝਾਤੀ ਨਾ ਮਾਰੀ। ਜੇ ਸਿਰਫ ਉੱਤੇ ਇਨਕਲਾਬ ਜਿੰਦਾਬਾਦ ਮਾਰ ਦਿਆਂਗੇ, ਸਾਡਾ ਹੱਕ ਇੱਥੇ ਰੱਖ, ਸੰਗ ਪਾੜ ਕੇ ਆ ਜਾਓਗੇ, ਯਾਦ ਰੱਖਿਓ ਅਗਲੇ ਧਰਨੇ ਲਈ ਤਿਆਰ ਰਹੋ। ਇਹ ਸਰਕਾਰ ਹੈ, ਇਹਨਾਂ ਲਈ ਵੈਸੇ ਹੀ ਪੱਗ ਬੜੀ ਚੁੱਭਦੀ, ਇਹਨਾਂ ਨੂੰ ਪੰਜਾਬੀ ਚੁੱਭਦੇ ਨੇ, ਤਾਂ ਹੀ ਤਾਂ ਸਾਡੀ ਬੋਲੀ ਨੂੰ ਵੀ ਵੱਢੀ ਜਾਂਦੇ ਨੇ ਵੀ ਇਹਨਾਂ ਦੀਆਂ ਜੜ੍ਹਾਂ ਸੀਮਤ ਕਰ ਦਿਓ। ਇਹ ਕੋਈ ਵੀ ਜ਼ੁਲਮ ਢਾਉਣ 'ਚ ਤੁਹਾਨੂੰ ਇਹ ਦੁਬਾਰਾ ਕਾਲੇ ਦਿਨ ਦਿਖਾਉਣ 'ਚ ਕੋਈ ਕਸਰ ਨਹੀਂ ਛੱਡਣਗੇ, ਕਿਉਂਕਿ ਇਹਨਾਂ ਦੇ ਭਾੜੇ ਕੀ ਜਾਂਦਾ। 1947 'ਚ 10 ਲੱਖ ਆਮ ਲੋਕ ਮਰੇ, 1984 'ਚ ਵੀ ਆਮ ਗਏ, ਗਰੀਬ ਗਏ, ਮਾਈਨੋਰਿਟੀ ਗਈ, 2002 'ਚ ਵੀ ਮਾਈਨੋਰਿਟੀ ਮਾਰੀ। ਸੋ ਇਸ ਕਰਕੇ ਇਹ ਗੱਲ ਤਾਂ ਪੱਲੇ ਬੰਨ ਲਓ। ਇੱਥੇ ਚਾਹੇ ਹਿੰਦੂ ਹੈ, ਮੁਸਲਮ ਹੈ, ਸਿੱਖ ਹੈ, ਈਸਾਈ ਹੈ, ਜੈਨੀ ਹੈ, ਬੋਧੀ ਹੈ, ਪਾਰਸੀ ਹੈ, ਕਿਸਾਨ ਹੈ, ਚਾਹੇ ਕੋਈ ਛੋਟੀ ਦੁਕਾਨ ਕਰਦਾ, ਚਾਹੇ ਕੋਈ ਵੱਡੇ ਮਾਲ ਦੇ ਵਿੱਚ ਦੁਕਾਨ ਕਰੀ ਬੈਠਾ, ਜਾਂ ਬਹੁਤ ਵੱਡਾ ਵਪਾਰੀ ਹੈ, ਆਫਤ ਸਭ ਤੇ ਹੈ ਇਹ। ਸੋ ਇਕੱਲੇ ਕਿਸਾਨ ਦਾ ਨਾ ਸੋਚੋ ਵੀ ਕਿਸਾਨ ਹੀ ਮਰ ਰਿਹਾ, ਆਪਾਂ ਨੇ ਕੀ ਲੈਣਾ, ਹमें क्या है भाई, हमारा तो बिजनेस चलता है अच्छा खासा। ਜਦੋਂ ਕਿਸਾਨ ਦੇ ਉੱਤੇ ਆਫਤ ਆਊਗੀ ਤਾਂ ਬਾਈ ਜੀ ਹਾਲਾਤ ਖਰਾਬ ਹੋ ਜਾਣਗੇ। ਅਰੇ ਉਹ ਕਿਸਾਨ ਹੈ ਜਿਹੜਾ ਸੱਪਾਂ ਦੀਆਂ ਸਿਰੀਆਂ ਮਿੱਧ ਦਿੰਦਾ, ਨੰਗੇ ਪੈਰੀਂ ਰਾਤ ਨੂੰ ਜਾ ਕੇ ਨੱਕੇ ਮੋੜਦਾ ਇਹ ਆਪਣੀ ਫਸਲ ਨੂੰ ਪਾਣੀ ਲਾਉਣ ਲਈ। ਇਹ ਉਹ ਕਿਸਾਨ ਹੈ ਜਿਹੜਾ ਧੁੱਪ ਠੰਡ ਛਾਂ ਨਹੀਂ ਦੇਖਦਾ। ਇਹ ਉਹ ਕਿਸਾਨ ਹੈ ਜਿਹਨੇ ਆਪਣੇ ਉੱਤੇ ਆਪਣੇ ਪੈਰਾਂ 'ਚ ਉਹਦੀਆਂ ਵਿਆਈਆਂ ਫਟੀਆਂ ਹੋਈਆਂ ਨੇ, ਜਿਹਨੂੰ ਆਪਾਂ ਕਹਿੰਦੇ ਨਾ ਲੇਡੀਜ਼ ਤੇ ਜਿਹੜੇ ਸ਼ਹਿਰੀ ਹੁੰਦੇ ਆ ਕਰੀਮ ਜੀ ਲਾ ਲੈਂਦੇ ਆ ਜੀ, ਵਿਆਈਆਂ ਫਟ ਗਈਆਂ ਪੈਰਾਂ ਦੀਆਂ। ਇਹਨਾਂ ਦੀਆਂ ਵਿਆਈਆਂ ਇੰਨੀਆਂ ਡੂੰਘੀਆਂ ਨੇ, ਇਹ ਵਿਚਾਰੇ ਇੰਨੇ ਜ਼ਿਆਦਾ ਸਤੇ ਹੋਏ ਨੇ, ਇੰਨੇ ਜ਼ਿਆਦਾ ਦੁਖੀ ਨੇ। ਜਦੋਂ ਇਹਨਾਂ ਨੂੰ ਪਤਾ ਵੈਸੇ ਵੀ ਤਾਂ ਪੱਤ ਲਹਿੰਦੀ ਜਾਂਦੀ ਹੈ, ਤਾਂ ਵੈਸੇ ਵੀ ਤਾਂ ਧੌਣ ਲਹਿੰਦੀ ਜਾਂਦੀ ਹੈ, ਤਾਂ ਇਹਨਾਂ ਨੇ ਆਪਣੀਆਂ ਧੌਣਾਂ ਲਹਾਉਣ ਤੋਂ ਕਸਰ ਨਹੀਂ ਛੱਡਣੀ। ਇਹ ਕਿਸਾਨ ਨੇ। ਸਾਥੀਓ, ਨੌਜਵਾਨੋ, ਤੁਹਾਡੇ ਤੇ ਵੀ ਇੱਕ ਚੀਜ਼ ਲਿਖੀ ਸੀ, ਪਰ ਉਮੀਦ ਹੈ ਕਿ ਸ਼ਾਇਦ ਤੁਸੀਂ ਆਪਣੇ ਜਿਹੜੇ ਆਰਟਿਸਟਾਂ ਨੂੰ ਤੁਸੀਂ ਫੋਲੋ ਕਰਦੇ ਹੋ, ਉਹਨਾਂ ਨੇ ਵੀ ਕਈਆਂ ਨੇ ਮਜਬੂਰੀ 'ਚ ਹੁਣ ਬੀੜਾ ਚੱਕ ਲਿਆ ਕਿ ਆਪਾਂ ਨੇ ਪੰਜਾਬ ਬਚਾਉਣਾ ਤੇ ਕਿਸਾਨ ਬਚਾਉਣਾ। ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਲੋਕੀ ਸਵਾਲ ਕਰਨ ਲੱਗ ਪਏ। ਕਈਆਂ ਨੇ ਮਜਬੂਰੀ ਚੱਕ ਲਿਆ, ਕਈਆਂ ਨੇ ਆਪਣੇ ਦਿਲੋਂ ਚੱਕਿਆ ਹੋਊ, ਕਈਆਂ ਨੇ ਸਿਰਫ ਟੌਰ ਬਣਾਉਣ ਲਈ ਚੱਕਿਆ ਹੋਊ। ਬਹੁਤ ਚੀਜ਼ਾਂ ਚੱਲਦੀਆਂ ਨੇ। ਤੁਹਾਡੇ ਲਈ ਵੀ 2 ਲਾਈਨਾਂ ਲਿਖੀਆਂ ਸੀ ਵੀ
ਜਿਨ੍ਹਾਂ ਤੇ ਟੁਕਦੀਆਂ, ਜਿਹੜੇ ਹਲੇ ਅੰਦਰ ਅਵੇਸਲੇ ਬੈਠੇ ਆ, ਜਿਹੜੇ ਕਹਿੰਦੇ ਆ ਛੱਡ ਬਾਪੂ ਤੂੰ ਜਾਇਆ, ਆਪਾਂ ਕੀ ਲੈਣਾ। ਵੀ ਜੋ 12 ਮਹੀਨੇ ਮਿੱਟੀ ਚੋਂ ਬਾਪੂ ਕੈਸ਼ ਕਰਦੇ ਨੇ, ਜੋ 12 ਮਹੀਨੇ ਖੇਤਾਂ ਚੋਂ ਬਾਪੂ ਕੈਸ਼ ਕਰਦੇ ਨੇ, ਫਿਰ ਕੱਲੇ ਕਿਉਂ ਬਾਬੇ ਡਾਂਗਾ ਖਾਂਦੇ, ਕਲਯੁਗੀ ਬੱਚੇ ਐਸ਼ ਕਰਦੇ ਨੇ। ਫਿਰ ਧਰਨਿਆਂ ਤੇ ਡਾਂਗਾ ਖਾਂਦੇ ਬਾਪੂ, ਫੇਸਬੁੱਕ ਇੰਸਟਾਗ੍ਰਾਮ ਵਾਲੇ ਬੱਚੇ ਐਸ਼ ਕਰਦੇ ਨੇ। ਸਹੇਲੀ ਨੂੰ ਨਵੀਂ ਫਿਲਮ ਦਿਖਾਉਣੀ, ਬਾਪੂ ਦੇ ਜਾ ਕੇ ਖੈਰ ਨਹੀਂ ਪਾਉਣੀ। ਸੋ ਇਹ ਚੀਜ਼ਾਂ ਤੁਹਾਡੇ ਲਈ ਲਿਖੀਆਂ ਸੀ, ਪਰ ਉਮੀਦ ਹੈ ਕਿ ਨਹੀਂ, ਹੁਣ ਜਿੰਨਾ ਕੁ ਇਸ਼ਾਰਾ ਦਿੱਤਾ ਹੈ ਤੂੰ ਸਮਝ ਲਿਓ ਕਿ ਤੁਹਾਨੂੰ ਕਿਉਂ ਕਹਿ ਰਹੇ ਆ ਬਾਈ ਜੀ। ਉਹ ਬਾਪੂ ਲੀ ਲਿਵਾਈਸ ਦੀ ਪੈਂਟ, ਗੈਂਟ ਦੇ ਕੱਪੜੇ, ਜ਼ਾਰਾ ਦੇ ਕੱਪੜੇ ਤੇ ਹੋਰ ਮਹਿੰਗੇ ਬ੍ਰਾਂਡਾਂ ਦੇ ਕੱਪੜੇ ਬਾਈ ਬਾਪੂ ਤਾਂ ਨਹੀਂ ਪਾਉਂਦਾ ਯਾਰ, ਤੁਸੀਂ ਪਾਉਂਦੇ ਹੋ। ਵੱਡਿਆਂ ਸ਼ਹਿਰਾਂ 'ਚ ਬੁਲਟਾਂ ਜੀਪਾਂ ਤੇ ਤੁਸੀਂ ਘੁੰਮਦੇ ਹੋ, ਬਾਪੂ ਨਹੀਂ ਜਾਂਦਾ ਬਾਈ ਗੇੜੀਆਂ ਲਾਉਣ। ਉਹ ਤਾਂ ਪੰਜੀ ਦੇਖਦਾ ਵੀ ਯਾਰ ਇੱਥੋਂ ਬਚਾ ਲਾਂ, ਇੱਥੋਂ ਬਚਾ ਲਾਂ। ਬੇਬੇ ਨਹੀਂ ਦੇਖਦੀ, ਜਿਹਨੂੰ ਕਹਿ ਦੇਣਾ ਬੇਬੇ ਛੇਤੀ ਕਰ ਰੋਟੀ ਪਾ ਦੇ, ਉਹ ਮੈਂ ਲੇਟ ਹੋਈ ਜਾਣਾ, ਮੇਰੀ ਪੜ੍ਹਾਈ ਹੈ। ਜਾਣਾ ਆਸ਼ਕੀ ਤੇ ਹੁੰਦਾ। ਉਹਨਾਂ ਨੂੰ ਕਹਿ ਰਿਹਾ ਸਾਰੇ ਨਾ ਆਪਣੇ ਤੇ ਲਿਓ। ਸਾਥੀਓ, ਅੱਜ ਬਾਪੂ ਦਾ ਸਾਥ ਦੇਣ ਦਾ ਟਾਈਮ ਹੈ। ਅੱਜ ਬਾਪੂ ਦਾ ਮੁੱਲ ਮੋੜ ਦਿਓ ਯਾਰ। ਇੱਕ ਗੱਲ ਹੋਰ ਕਿ ਹੁੱਲੜਬਾਜੀ ਨਹੀਂ ਕਰਨੀ, ਇੰਨਾ ਸੁਹਿਰਦ ਹੋ ਕੇ ਜਾਣਾ। ਥੋੜੀ ਜਿਹੀ ਤੁਹਾਡੇ ਕੋਲ ਅੱਜ 23 ਤਰੀਕ ਹੈ, 23-24 ਨੂੰ ਸਭ ਕੁਝ ਛੱਡ ਦਿਓ, ਸਿਰਫ ਪੜ੍ਹ ਲਓ ਵੀ ਸਾਡੇ ਨਾਲ ਹੋਇਆ ਕੀ ਹੈ। ਕਿਉਂਕਿ ਤੁਹਾਡਾ ਦਿਮਾਗ ਤੇਜ਼ ਹੈ ਨੌਜਵਾਨੋ, ਕੁੜੀਓ ਤੁਸੀਂ ਵੀ ਤੇ ਮੁੰਡਿਓ ਤੁਸੀਂ ਵੀ। ਇਹ ਪੜ੍ਹ ਲਓ ਵੀ ਪਿੱਛੇ ਸਾਡੇ ਨਾਲ ਹੁੰਦਾ ਕੀ ਹੈ। ਹੋ ਸਕਦਾ ਬਾਪੂਆਂ ਨੂੰ ਕੋਈ ਬਿਮਾਰੀ ਸਮਝ ਨਾ ਆਉਂਦੀ ਹੋਵੇ, ਤੁਸੀਂ ਮਿੰਟ 'ਚ ਇੱਥੋਂ फ़ोन तो बिल भर देने हो जी, फलाने चैनल अपने फलानी कंपनी के, उससे जी आप सीधा बैठे घर का बिजली का बिल भर सकते हो, तुसी कर देने हो। थोनू सारी टैक्नोलॉजी आती है, तुसी बड़े बड़े अकाउंट हैक भी कर लेने हो। अज उस टैक्नोलॉजी नू गूगल ते झाती मार लियो कि साडे नाल ये अंग्रेज़ां वेलिਆਂ तो पहलां जदों लगान देने पैंदे सी उदों भी सरकारां जुल्म करदियां सी, आज़ादी तो पहलां भी कीता ते आज़ादी तो बाद भी जुल्म हो रहा। 70-75 साल तो हुण हो चले जी। ये जुल्म हो ही क्यों जा रहा? तुसी नौजवानों इहदा हल कढ लोगे। यूज़ योर ब्रेन्स। जोश नहीं कल्ला चाहिदा, होश चाहिदी है। होश नाल बिना हुड़दंग मचाए, बिना लला कीतियां, बिना अपने कलाकारां दे पिछे अगे घूमण दे, सिर्फ एक चंगी सोच, सुहिरद सोच लैके जाओ कि जदों डांग भराउणी इन्हां ने सरकारी जुल्म ने ते बाई जी साडे बजुर्ग दे ना पए। और उत्थे हफड़ा दफड़ी च भज के कोई बजुर्ग ना दरड़ दिओ यार अपने पैरों थले, क्योंकि सरकारां नूं कोई तरस नहीं आउणा। उन्होंने कह देना दफा 144 लगा दी थी, इतने बंदे इकट्ठे नहीं होने चाहिए थे जी, कानून की उल्लंघना की थी इसलिए इतने बंदे मर गए। इन्हां लई कोई फर्क नहीं पैंदा जे 200 400 हज़ार बंदा पैरों थले दरड़ के मर गया। इन्होंने ये जदों सरकारां कॉरपोरेट के हत्थ च विकदियां ने, इन्हां लई 200 बंदियां दी जिंदगी, 2000 बंदे की जिंदगी कोई मायने नहीं रखती। सो पहली गल कि MP अगे होवे, तुहाडा मैंबर ऑफ पार्लीमेंट चाहे बुढ़ी है चाहे बुढ़ा आ, उनका चल अगे। तू कहता सी ना भी तुहाडे लई कुर्बानी देनी है, कि चल बई कुर्बानी का टाइम है। सो उन्हां नूं अगे करियो। सो साथियों, बाकी कई कह रहे हैं कोई गाना सुना आपदा जिहड़ा हिट होवे, कोई गल नहीं। तनवीर तलवार जी यूट्यूब ते जाके देख लो। इस टाइम ये गाणियां दा टाइम नहीं। मैं तो जिहड़ा मेरा गाना आउणा सी, बहुत वड्डी वजह कि मैनूं पता सी 25 तरीक नूं धरना आ, मैं कहा इस तो पहला ना रिलीज़ करो यार। वो इसे लिए रोक लिया सी। ते बाकी जिहड़ियां धमकियां आ उन्हां करके तो मैं होर उहनूं प्रचंड करता। जिहड़ियां कोई धमकियां दिंदे ने भी तू गाना कढ के दिखा दे, ऐं कर दांगे, वो कर दांगे। सरकारी दरबारे पहुंच दा फायदा चक के जिहड़े सानूं धमकाउंदे वो नहीं हुंदा, वो काम नहीं हुंदा बई, वो तो दिन टप गए। तो किसान का धरना जिहड़ा सीगा 25 तरीक नूं, इहदा मैनूं पता सी ते मैं अपनी टीम नाल डिस्कस करके इहनूं कहा सीगा भी हाले खड़ जाओ यार, क्योंकि जे आपां गाना रिलीज़ करांगे मैं हफ्ते बाद भी प्रमोशन करनी है, मैं करनी है, मेरी चीज़ है। कोई अपनी दुकान तो नहीं बंद करता, चाहे जो मर्जी आ जाए। बई साडी भी ये दुकान है, बड़ी औखी खोलण लगे, दोबारा शटर चक्या ते किसानां दे धरने तो बाद जरूर रिलीज़ करांगे। जो नाल नाल चली जाऊगा, जिथे जिहदे नाल खड़े हैं उहदे नाल खड़े हैं, पर सच नाल खड़े हैं।
ਲੋਲੇ ਚੁੱਪੇ ਕੋਈ ਨਹੀਂ ਵੀ ਬਸ ਜੀ ਬਸ ਉਹਨੂੰ ਪਲੇਥਣ ਜਿ ਲਾ ਦੇਣੇ, ਹੁੰਦਾ ਨਹੀਂ ਵੀਰੇ, ਮੇਰੇ ਤੋਂ ਹੁੰਦਾ ਨਹੀਂ। ਸੋ ਕਿਸਾਨ ਦੇ ਨਾਲ ਹੈ, ਨੌਜਵਾਨ ਦੇ ਨਾਲ ਹੈ, ਪੰਜਾਬ ਦੇ ਨਾਲ ਹੈ, ਪੰਜਾਬੀਅਤ ਦੇ ਨਾਲ ਹੈ। ਪਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਪਰਮਾਤਮਾ ਕਰੇ ਬਿਨਾਂ ਕੋਈ ਪੱਗ ਟਹੇ, ਬਿਨਾਂ ਕੋਈ ਖੁਦਕੁਸ਼ੀ ਦੇ, ਬਿਨਾਂ ਕੋਈ ਕੁਰਬਾਨੀ ਦਿੱਤਿਆਂ, ਬਿਨਾਂ ਕੋਈ ਲਹੂ ਦਾ ਇੱਕ ਕਤਰਾ ਵਹੇ, ਤੁਹਾਡਾ ਏਕਾ ਸਾਬਤ ਕਰ ਦੇਵੇ ਕਿ ਸਰਕਾਰਾਂ ਨੂੰ ਇਹ ਆਪਣਾ ਜ਼ੁਲਮ ਵਾਪਸ ਲੈਣਾ ਪਵੇ, ਜ਼ਾਲਮੀ ਹੁਕਮ ਜਿਹੜਾ ਥੋਪ ਰਹੀ ਹੈ ਸਰਕਾਰ, ਉਹ ਵਾਪਸ ਲੈਣਾ ਪੈ ਜੇ। ਕਿਉਂਕਿ ਇਹ ਸਰਕਾਰਾਂ ਨੂੰ ਅਚਾਨਕ ਕਿਸਾਨਾਂ ਦੀ ਯਾਦ ਕਿਵੇਂ ਆ ਗਈ? ਉਹ ਕਿੱਥੇ ਆਉਂਦੀ ਆ? ਤੁਹਾਨੂੰ ਹੋਰ ਕੰਮ ਬਥੇਰੇ ਨੇ, ਇੰਟਰਨੈਸ਼ਨਲ ਟ੍ਰੇਡ ਖੋਲ ਦੋ, ਚੱਜ ਦਾ ਕੰਮ ਕਰ ਲੋ। ਕਿਸਾਨਾਂ ਨੂੰ ਤਾਂ ਜ਼ਮੀਨ ਆਪਣੀ ਮਾਂ ਵਰਗੀ ਆ, ਉਹਨਾਂ ਨੂੰ ਤਾਂ ਬਹੁਤ ਪਿਆਰੀ ਹੈ। ਇਹਨਾਂ ਨੇ ਨਹੀਂ ਜਾਣ ਦੇਣੀ, ਇਹਨਾਂ ਨੇ ਜਾਣ ਨਹੀਂ ਦੇਣੀ, ਤੁਸੀਂ ਧੱਕੇ ਨਾਲ ਲੈਣੀ ਆ। ਫਿਰ ਉਹ ਜਿਹੜੀ ਟਸਲ ਹੈ, ਟਸਲ ਦੇ ਵਿੱਚੋਂ ਅੱਤਵਾਦ ਪੈਦਾ ਨਾ ਕਰ ਦਿਓ ਯਾਰ, ਸਾਡੇ ਪੰਜਾਬ ਨੂੰ ਮਾਰ ਨਾ ਦਿਓ। ਸਾਥੀਓ ਜਾਗਦੇ ਰਹੋ, ਨੌਜਵਾਨੋ ਤੁਹਾਨੂੰ ਕਹਿ ਰਿਹਾ, ਤੈਸ਼ 'ਚ ਨਹੀਂ ਆਉਣਾ, ਹੁੱਲੜਬਾਜੀ ਨਾ ਕਰਿਓ, ਬਚਾਇਓ ਯਾਰ। ਤੇ ਜੇ ਕਰ ਸਕਦੇ ਹੋ ਤਾਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਉਹ ਲੀਡਰ ਕੱਢ ਕੇ ਲਿਆਓ, ਉਹ ਬੰਦੇ ਕੱਢ ਕੇ ਲਿਆਓ ਜਿਹੜੇ ਤੁਹਾਡੇ ਪਿੰਡਾਂ 'ਚ ਦਾਰੂ ਵੰਡਦੇ ਸੀ ਵੋਟਾਂ ਵੇਲੇ, ਉਹਨਾਂ ਨੂੰ ਗਾਂਹ ਕਰੋ। ਤੇ ਨਾਲ ਉਹਨਾਂ ਦੇ ਆਕਾ ਜਿਹੜੇ MP ਬਣੇ ਨੇ, ਜਿਨ੍ਹਾਂ ਦੇ ਹੁੰਦੇ ਹੋਏ ਇਹ ਜ਼ਾਲਮਾਨਾ ਬਿੱਲ ਪਾਸ ਹੋ ਗਿਆ, ਪਹਿਲੀ ਖੁਦਕੁਸ਼ੀ ਉਹਨਾਂ ਦੀ ਦੇਖਣੀ ਹੈ ਇਸ ਵਾਰੀ, ਕੁਰਬਾਨੀ ਉਹਨਾਂ ਦੀ ਲੈਣੀ ਹੈ ਇਸ ਵਾਰੀ। ਜੇ ਸਮਝਦਾਰ ਹੋ ਤਾਂ ਤੁਹਾਨੂੰ ਸਮਝ ਆ ਗਈ ਹੋਊਗੀ ਬਾਈ ਜੀ, ਨਹੀਂ ਤਾਂ ਫਿਰ ਜੇ ਉਸੇ ਚੱਕਰ 'ਚ ਪਏ ਰਹਿਣਾ ਕਿ ਕੱਲ ਨੂੰ ਇਹੀ ਮੋਮੋ ਠੱਗਣੇ, ਇਹੀ ਚਾਪਲੂਸ ਚਮਚੇ ਦੁਬਾਰਾ ਉਹਨਾਂ ਹੀ ਲੀਡਰਾਂ ਨੂੰ ਮਸੀਹਾ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰ ਦੇਣ ਧਰਮ ਦੀ ਆੜ 'ਚ, ਫਿਰ ਤੁਸੀਂ ਕਿਰਪਾਨਾਂ ਪਾ ਕੇ ਵੀ ਗੁਰੂ ਤੋਂ ਨਾ ਸਿੱਖ ਕੇ ਇਹਨਾਂ ਲੰਡੂਆਂ ਤੋਂ ਸਿੱਖਦੇ ਰਹੇ ਤਾਂ ਫਿਰ ਭਾਈ ਕੋਈ ਫਾਇਦਾ ਨਹੀਂ। ਚੜ੍ਹਦੀ ਕਲਾ 'ਚ ਰਹੋ। ਮੇਰਾ ਪੰਜਾਬ ਜ਼ਿੰਦਾਬਾਦ, ਪੰਜਾਬੀ ਜ਼ਿੰਦਾਬਾਦ, ਹਰ ਸੱਚੀ ਸੁੱਚੀ ਰੂਹ ਜ਼ਿੰਦਾਬਾਦ, ਤੇ ਸਾਡੇ ਕਿਸਾਨਾਂ ਦਾ, ਨੌਜਵਾਨਾਂ ਦਾ ਇਹ ਧਰਨਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।